ਨਹੀਂ ਹੋਗੀ ਇਹ ਬੜੀ ਮੇਰੀ ਲੱਗਦਾ ਮੈਨੂੰ ਮੇਰੀ ਲੰਬੀ ਨਹੀਂ ਹੋ और ਤੁਸੀਂ ਬੋਲੋ और ਬੋਲੋ ਤੁਸੀਂ ਬੋਲੋ दिला भाई आप ਚਲੋ करें ਸਹੀ। फैसला। ਮੈਂ ਕਹਿ ਰਿਹਾ ਸੀ ਸਾਨੂੰ ਪੱਕਾ ਪਤਾ ਹੈ ਕਿ ਇਹ ਸਾਰੇ ਗੁੜ ਨਾਲ ਮਰ ਜਾਂਦੇ ਨੇ। ਇਹਨਾਂ ਨੂੰ ਜ਼ਹਿਰ ਦੇ ਕੇ 302 ਦਾ ਪਰਚਾ ਆਪਣੇ ਤੇ ਕਰਾਉਣ ਦੀ ਕੀ ਲੋੜ ਹੈ? ਯਾਰ ਕੀ ਬਾਤ ਹੈ। ਗੱਲ ਆਪਣੀ ਕਲੀਅਰ ਕਰਿਆ ਕਰੋ ਨਾ। ਜੇ ਤੁਸੀਂ ਉਹਨਾਂ ਦੀ ਕਿਸੇ ਜਗ੍ਹਾ ਤੇ ਹਾਂ ਵਿੱਚ ਹਾਂ ਮਿਲਾ ਵੀ ਲੈਂਦੇ ਹੋ, ਸੁਣਨ ਵਾਲੇ ਥੱਲੇ ਤੇ ਇਹੀ ਕਹਿ ਦਿੰਦੇ ਨੇ ਕਿ ਸ਼ਾਇਦ ਤੁਸੀਂ ਉਹਨਾਂ ਦਾ ਮੌਕਫ ਮੰਨ ਲਿਆ। ਉਹਦੇ ਉੱਤੇ ਫਿਰ ਆਪਣਾ ਇੱਕ ਕਲੀਅਰ ਸਟਾਂਸ ਵੀ ਤੇ ਦੇਣਾ ਨਾ ਤੁਸੀਂ ਭਾਈ। ਅੱਧੀ ਗੱਲ ਤੇ ਨਹੀਂ ਨਾ ਕਰਨੀ, ਪੂਰੀ ਗੱਲ ਕਰਨੀ ਚਾਹੀਦੀ ਹੈ। ਜੀ ਮਲਕ ਸਾਹਿਬ ਕੀ ਕਹਿ ਰਹੇ ਸੀ ਤੁਸੀਂ? ਉਹ ਬਰਾੜ ਜਿਹੜੇ ਬੰਦ ਹੋ ਗਈ ਸੀ। ਬਰਾੜ ਬੰਦ ਹੋ ਗਈ ਨਾ, ਉਸ ਟਾਈਮ ਇਹੀ ਗੱਲ ਹੋ ਰਹੀ ਸੀ ਕਿ ਪਹਿਲੇ ਤੇ ਤਲਤ ਮਲਕ ਸਾਹਿਬ ਜਿਹੜਾ ਨਾ ਅੜੇ ਦੇ ਸਨ ਇੱਕ ਗੱਲ ਉੱਤੇ, ਠੀਕ ਹੈ, ਕਿ ਜੀ ਮਸੀਲੇ ਈਸਾ ਉਤੇ ਅੜੇ ਦੇ ਸਨ ਤਲਤ ਮਲਕ ਸਾਹਿਬ। ਅੱਛਾ, ਫਿਰ ਹੁਸੈਨੀ ਸਾਹਿਬ ਨੇ ਕਿਹਾ ਕਿ ਜਾਂ ਤੇ ਤੁਸੀਂ ਹਜ਼ਰਤ ਈਸਾ ਨੂੰ ਤੁਸੀਂ ਫੌਜਸ਼ੁਦਾ ਮੰਨ ਲਓ, ਠੀਕ ਹੈ ਨਾ, ਕਿ ਉਹ ਵਫਾਤ ਪਾ ਗਏ ਨੇ। ਤੇ ਜੇ ਅਗਰ ਵਫਾਤ ਪਾ ਗਏ ਨੇ ਤੇ ਫਿਰ ਤੁਸੀਂ ਹੁਣੀ ਥੋੜ੍ਹੀ ਦੇਰ ਬਾਅਦ ਨਾ ਉਹਨਾਂ ਨੂੰ ਜ਼ਿੰਦਾ ਕਰਨਾ ਸ਼ੁਰੂ ਕਰ ਦੇਣਾ ਹੈ। ਚਲੋ ਅਸੀਂ ਤੁਹਾਡੀ ਗੱਲ ਮੰਨ ਲਿੱਤੀ ਕਿ ਉਹਨਾਂ ਦੀ ਵਫਾਤ ਹੋ ਗਈ ਹੈ। ਵਫਾਤ ਦਾ ਮਤਲਬ ਹੈ ਕਿ ਹੁਣ ਮਸੀਹ ਨੇ ਵੀ ਨਹੀਂ ਆਉਣਾ, ਹੁਣ ਤਾਂ ਕਿਸੇ ਨੇ ਵੀ ਨਹੀਂ ਆਉਣਾ ਨਾ, ਗੱਲ ਹੀ ਖਤਮ ਹੋ ਗਈ। ਇਸ ਗੱਲ ਤੇ ਤੁਸੀਂ ਐਗਰੀ ਹੋ? ਕਹਿੰਦਾ ਜੀ ਇਸ ਗੱਲ ਤੇ ਮੈਂ ਐਗਰੀ ਹਾਂ। ਠੀਕ ਹੋ ਗਿਆ ਤੁਹਾਡੀ ਇਸ ਗੱਲ ਉੱਤੇ। ਫਿਰ ਮੈਂ ਉਸਨੂੰ ਕਿਹਾ ਤਲਤ ਮਲਕ ਸਾਹਿਬ ਮੇਰੀ ਸਿਰਫ 30 ਸੈਕਿੰਡ ਦੀ ਗੱਲ ਸੁਣ ਲਓ ਤੇ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਕਿਆ ਤੁਸੀਂ ਇਸ ਗੱਲ ਤੇ ਇਮਾਨ ਰੱਖਦੇ ਹੋ ਕਿ ਤੁਹਾਡੇ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ ਹੈ ਜਾਂ ਤੁਸੀਂ ਬਸ਼ੀਰੁद्दीन महमूद ਦੇ ਦੀਨ ਉੱਤੇ ਹੋ? ਤੇ ਤਲਤ ਮਲਕ ਸਾਹਿਬ ਨੇ ਕਿਹਾ ਕਿ ਉਨਕਾ ਉਮਤੀ ਨਬੀ ਹੋने का दावा है। ਉਹਨਾਂ ਨੇ ਹੁਸੈਨੀ ਸਾਹਿਬ ਨੇ ਪੂਰੀ ਜਿਹੜਾ ਨਾ ਤਹਿਰੀਰ ਪੜ੍ਹੀ, ਫਿਰ ਉਸ ਤੋਂ ਬਾਅਦ ਨਾ ਇੱਕ ਫਾਰਸੀ ਦੀ ਤਹਿਰੀਰ ਹੈ ਉਹ ਵੀ ਪੜ੍ਹ ਦਿੱਤੀ। ਉਹਨਾਂ ਨੇ ਕਿਹਾ ਕਿ ਇੱਥੇ ਤੇ ਕਿਸੇ ਵੀ ਜਗ੍ਹਾ ਤੇ ਦਾਵਾ ਤੇ ਨਜ਼ਰ ਹੀ ਨਹੀਂ ਆ ਰਹੇ, ਉਹ ਤੇ ਹਰ ਜਗ੍ਹਾ ਤੇ ਇਨਕਾਰ ਕਰੀ ਜਾ ਰਹੇ ਨੇ, ਹਰ ਜਗ੍ਹਾ ਤੇ। ਔਰ ਇੱਥੇ ਵੀ ਇਨਕਾਰ ਕਰ ਦਿੱਤਾ ਕਿ ਜ਼ਿਲੀ ਬਰੂਜ਼ੀ ਤੋਂ ਵੀ ਇਨਕਾਰ ਕਰ ਦਿੱਤਾ ਉਸ ਤਹਿਰੀਰ ਦੇ ਵਿੱਚ। ਠੀਕ ਹੋ ਗਿਆ। ਮੈਂ ਕਿਹਾ ਕਿ ਹੁਸੈਨੀ ਸਾਹਿਬ ਹੁਣ ਤੇ ਨਬੂਵਤ ਦਾ ਦਾਵਾ ਹੀ ਕੋਈ ਨਹੀਂ ਰਿਹਾ, ਤੇ ਫਿਰ ਇਸਦਾ ਮਤਲਬ ਹੈ ਕਿ ਇਹ ਤੇ ਗੱਲ ਕਨਫਰਮ ਹੋ ਗਈ ਕਿ ਇਹ ਲੋਕ ਉਹਨਾਂ ਦੇ ਬੇਟੇ ਦੇ ਦੀਨ ਉੱਤੇ ਨੇ। ਆਖਰ ਵਿੱਚ ਇਹਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਇਹ ਤੇ ਇਹਨਾਂ ਦੇ ਮਿਰਜ਼ਾ ਸਾਹਿਬ ਦਾ ਦੀਨ ਨਹੀਂ ਹੈ। ਕਹਿੰਦਾ ਜੀ ਕਿ ਠੀਕ ਹੈ, ਅਗਰ ਮਿਰਜ਼ਾ ਸਾਹਿਬ ਦਾ ਦੀਨ ਨਹੀਂ ਹੈ ਤਾਂ ਫਿਰ ਤੁਸੀਂ ਉਹਨਾਂ ਨੂੰ ਮੁਸਲਮਾਨ ਸਮਝਦੇ ਹੋ? ਮੈਂ ਕਿਹਾ ਇੱਥੇ ਰੱਖ। ਹੁਣ ਪਹਿਲੇ ਉੱਥੇ ਇਸਨੇ ਆ ਕੇ ਨਾ ਚੀਖਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਜ਼ਿਆਦਾ ਤਲਤ ਮਲਕ ਸਾਹਿਬ ਨੇ। ਜਦ ਉਹਨਾਂ ਦਾ ਨਬੂਵਤ ਦਾ ਦਾਵਾ ਨਹੀਂ ਹੈ ਫਿਰ ਤੁਸੀਂ ਕਿਉਂ ਇਹ ਕਹਿੰਦੇ ਹੋ? ਤੇ ਮੈਂ ਉਸਨੂੰ ਇਹ ਗੱਲ ਕਹਿ ਰਿਹਾ ਸੀ ਕਿ ਤੁਸੀਂ ਵਲੀ ਅੱਲਾ ਮੰਨ ਲਓ, ਨਬੂਵਤ ਦੇ ਸਾਰੇ ਖਾਤਿਆਂ ਵਿੱਚ ਰਹਿ ਜਾਓ ਤੇ ਮੁਸਲਮਾਨ ਮੰਨਣ ਲਈ ਸਾਨੂੰ ਕੋਈ ਅਰਜ਼ ਨਹੀਂ ਹੈ। ਲੇਕਿਨ ਮੈਨੂੰ ਤੁਹਾਨੂੰ ਫਿਰ ਉਹਨਾਂ ਨੂੰ ਇੱਕ ਆਮ ਸਿੰਪਲ ਕੋਈ ਵਲੀ ਅੱਲਾ ਜਾਂ ਕੀ ਕਹਿੰਦੇ ਨੇ ਉਸਨੂੰ, ਇੱਕ ਨੇਕ ਇਨਸਾਨ ਮੰਨ ਲਓ, ਅਸੀਂ ਵੀ ਮੰਨ ਲਾਂਗੇ, ਕੋਈ ਮਸਲਾ ਨਹੀਂ। ਇਹ ਗੱਲ ਹੋ ਰਹੀ ਸੀ। ਤੇ ਫਿਰ ਅਸੀਂ ਤੁਹਾਡੇ ਇਸ ਮੁਕਾਬਲੇ ਉੱਤੇ ਅਸੀਂ ਵੀ ਕਹਾਂਗੇ ਹਾਂ ਜੀ ਠੀਕ ਹੈ ਬਿਲਕੁਲ। ਫਿਰ ਜਦ ਇੱਕ ਬੰਦੇ ਦਾ ਦਾਵਾ ਹੈ ਹੀ ਕੋਈ ਨਹੀਂ ਇਸ ਤਰ੍ਹਾਂ ਦਾ। ਵੈਸੇ ਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀ ਗੱਲਾਂ ਕੀਤੀਆਂ ਨਾ, ਸਾਡੇ ਆਪਣੇ ਕਈ ਉਲਮਾ ਨੇ ਕਿਤਨੀ ਕਿਸ ਤਰ੍ਹਾਂ ਦੀ ਗੱਲਾਂ ਕੀਤੀਆਂ ਨੇ, ਲੇਕਿਨ ਅਸੀਂ ਉਹਨਾਂ ਨੂੰ ਕਾਫਰ ਤੇ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦਾ ਕੋਈ ਦਾਵਾ ਨਹੀਂ ਹੈ। ਤੇ ਅਗਰ ਇਹਨਾਂ ਦਾ ਵੀ ਕੋਈ ਦਾਵਾ ਨਹੀਂ ਹੈ ਤੇ ਫਿਰ ਅਸੀਂ ਇਹਨਾਂ ਨੂੰ ਵੀ ਕਾਫਰ ਨਹੀਂ ਕਹਾਂਗੇ। ਇਹ ਗੱਲ ਅੱਛਾ, ਮਤਲਬ ਤਾਸਰ ਕੁਝ ਹੋਰ ਲਿਆ ਗਿਆ, ਕਿਹਾ ਤੁਸੀਂ ਤਾਂ ਕੁਝ ਹੋਰ ਹੈ। ਤੁਸੀਂ ਕਿਹਾ ਕਿ ਅਗਰ ਉਹ ਤੁਸੀਂ ਉਹਨਾਂ ਦਾ ਇਹ ਨਬੀ ਹੋਣ ਦਾ ਦਾਅਵਾ ਹੈ ਦੇ ਉੱਤੇ ਤੁਸੀਂ ਅਗਰ ਉਹਨਾਂ ਨੂੰ ਮਤਲਬ ਨਾ ਮੰਨੋ ਕਿ ਉਹ ਨਬੀ ਨਹੀਂ ਸਨ, ਇੱਕ ਆਮ ਵਲੀ ਸਨ ਜਾਂ ਇੱਕ ਨੇਕ ਬੰਦੇ ਸਨ, ਤੇ ਫਿਰ ਤੁਸੀਂ ਮਤਲਬ ਉਹ ਵਾਪਸ ਆ ਜਾਓ ਹੈ। ਹਾਂ, ਜਿਸ ਤਰ੍ਹਾਂ ਤੁਸੀਂ ਇਹ ਕਹਿ ਲਓ ਕਿ ਅਜਮੇਰ ਸ਼ਰੀਫ ਦੇ ਪੀਰ ਸਨ, ਉਹ ਵੀ ਤਾਂ ਇੱਕ ਹਸਤੀ ਹੈ ਸਨ ਨਾ, ਵਲੀ ਅੱਲਾ ਸਨ। ਕਿਸੇ ਕਿਸਮ ਦਾ ਵੀ ਨਬੂਵਤ ਦਾ ਦਾਵਾ ਤੁਸੀਂ ਨਾ ਮੰਨੋ। ਹਾਂ, ਤੇ ਉਹ ਇਹ ਵੀ ਨਹੀਂ ਹੈ ਯਾਰ। ਇਹੀ ਤੇ ਹੁਸੈਨੀ ਸਾਹਿਬ ਇਹਨਾਂ ਨੂੰ ਸਮਝਾ ਰਹੇ ਸਨ ਕਿ ਤੁਸੀਂ ਉਹਨਾਂ ਦੇ ਬੇਟੇ ਦੇ ਦੀਨ ਉੱਤੇ ਹੋ। ਇਹੀ ਤੇ ਅਸੀਂ 2 ਘੰਟੇ ਤੋਂ ਉਹਨਾਂ ਨੂੰ ਸਮਝਾ ਰਹੇ ਹਾਂ। ਇਹ ਸਾਰੇ ਦਾਵਾ ਜਾਤ ਉਹਨਾਂ ਦੇ ਬੇਟੇ ਦੇ ਨੇ, ਉਹਨਾਂ ਦਾ ਆਪਣਾ ਇਸ ਤਰ੍ਹਾਂ ਦਾ ਦਾਵਾ ਕੋਈ ਨਹੀਂ ਹੈ। ਇਹਦੇ ਉੱਤੇ ਰਹਿਨਮਾਈ ਅਸੀਂ ਆਮਿਰ ਭਾਈ ਕੋਲ ਲੈ ਲੈਂਦੇ ਹਾਂ। ਆਮਿਰ ਭਾਈ ਸੁਣ ਰਹੇ ਹੋ ਤੁਸੀਂ? आमिर भाई मुखालफत में पड़े हुए हैं, इनके अकीदे हैं, ये कहाँ मानेंगे? आमिर भाई के अकीदे हैं। और थलू फैसल भाई आ गए ने, कोई ਭਾਈ ਨੂੰ ਪੁੱਛ ਲੈਣੇ, ਉਹ ਜ਼ਿਆਦਾ ਬਿਹਤਰ ਦੱਸ ਸਕਣਗੇ। ਆ ਗਏ ਨੇ ਫੈਜ਼ ਭਾਈ, ਇਹਨਾਂ ਕੋਲੋਂ ਰਹਿਨਮਾਈ ਲੈ ਲੈਂਦੇ ਆ। अस्सलाम वालेकुम। वालेकुम अस्सलाम। सबसे पहले तो
सुबह मुबारक और जुम्मा मुबारक उन भाइयों को जो जुम्मे को मुबारक समझते हैं, खैर जो इसको मुबारक। बिदअत समझते हैं कि जुम्मा मुबारक कहा जाए, उनके लिए भाईजान सलाम अलैकुम ही खाली। ठीक है। अच्छा मलक कैसर साहब, मैं वैसे सोच रहा हूँ कि आपकी और ये नीचे दूसरा बैठा हुआ कासिम, इन दो बंदों की आप लोग मुझे कोई टाइम बताएं, आप लोगों के पास कोई कॉमन टाइम हो जो आप लोग मुझे सिर्फ आधा घंटा दे दिया करें, आप भी और कासिम भी, दो बंदे, कोई टाइम कॉमन आप बताएं। मैंने आप लोगों के कुछ अशकाल दूर करने हैं और उसके लिए मुझे तकरीबन, वैसे तो तकरीबन मतलब 10-15 दिन ही चाहिए, लेकिन अगर आप अपना बाकायदगी से होमवर्क वगैरह करते रहे तो शायद 6-7 दिनों में भी आपका काम जो है वो निबट जाए। तो आप अच्छा। लोग दे सकते हैं मुझे? हाँ हाँ, लेकिन आप हमें क्या ट्रेनिंग हमारी क्या करेंगे? यही जो आप लोगों के अजीबो गरीब किस्म के आपके अशकाल पैदा हो गए हैं, मिसाल के तौर पे कि मिर्जा साहब ने नबूवत का दावा नहीं किया हुआ, ये है, ये वो है, इस तरह के अशकाल दूर करने के लिए पूछ रहा हूँ। तो दावा तो नहीं किया हुआ ना फैसल भाई, किधर किया दावा? आप दिखाए ना, बशीरुद्दीन महमूद का दीन नहीं दिखाना आपने। मिर्जा फैसल गुलाम भाई मिर्जा साहब की तहरीरों से उनका दावा अगर है तो वो उनकी लगा दे आपको इधर। मिर्जा साहब की असल में दावों की समझ ही नहीं ना आई हुई। मिर्जा साहब ने अपने दावे किए हुए हैं, मेरे चले आपका तो नहीं मुझे पता, लेकिन मेरे जो है ना मिर्जा साहब से 3 मेजर इख्तलाफात हैं, 3 मेजर इख्तलाफात। पहला मिर्जा पहला साहब बयान करें, पहला जी। बयान। एक तो पहला इख्तलाफ तो मेरा उनका जो उन्होंने सबसे पहले दावा किया था कि जनाब मैं कोई बना मेहदी नुमा चीज हूँ, ठीक है, उसके ऊपर मेरा उनसे शदीद इख्तलाफ है। एक कि सेकंड, मिर्जा साहब एक भी मेहदी की एक भी सही हदीस के ऊपर फिट नहीं आते, और मिर्जा साहब ने सारी जो कमजोर हदीसें हैं मेहंदी वाली वो अपने ऊपर मेहंदी होने के लिए जबरदस्ती फिट कर ली हुई हैं। एक तो मेरा उनके साथ पहला इख्तलाफ ये है। पहला दूसरा मेरा इख्तलाफ है, दूसरा मेरा अच्छा रुक इख्तलाफ जाए है ना, मिर्जा रुक जाए साहब एक मिनट, से। फैज भाई रुक तो जाए ना। उनका पहला एक इतलाफ है, पहले इतलाफ है, उनको जो सवाल है वो दूर ले लें पहले। जी कैसर भाई पहले पे क्या? बोले क्या इमाम मेहंदी के आने की कोई पेशन गोई कुरान पाक में है या सिर्फ नहीं, कुरान पाक में नहीं है, कुरान पाक में नहीं है, सिर्फ अहादीस में है ना? सही हदीस रसूल में मौजूद है। बिल्कुल वो भी इब्ने माजा में मिलती हैं। बाकी ये जो दो मैं अभी मोतबर ड्राइविंग हैं, कर रहा हूँ अभी, आपको इसीलिए सही मैंने आपको मुस्लिम। कहा था ना आप टाइम दे सकते हैं, टाइम दे सकते हैं ताकि आपके जो अशकाल है, मैंने पूरा यही इसीलिए यही जुमला बोला था ना कि टाइम दें। जी। अभी मौके के ऊपर तो मैं आपको ना ड्राइव कर रहा हूँ, लेकिन अगर आप लोगों के पास है तो आप बता दें। एक तो पहला इतराज मेरा उनके मेहदी होने का, जो उन्होंने सबसे पहले दावा किया मिर्जा साहब का, मुल्हिम होने पे मुझे कोई इतराज नहीं है, ये बात याद रखें। मिर्जा साहब का जो मुल्हिम होने का दावा है ना वो करते रहे, वो दुनिया में बड़े लोगों ने इल्हाम के दावे किए, मुझे उसके ऊपर इतराज नहीं है। मेरा इतराज उनके मेहंदी के दावे के ऊपर है। पहली बात क्लियर हो गई आपको? एक सेकंड ना, एक सेकंड, मतलब ये कि इमाम मेहदी वाली जो हदीस है वो कुरान पाक की छतरी के नीचे नहीं आती। मतलब मेरे भाई हमारे दीन की 90% शरई तफसीलात जो है, शरई तफसीलात, उसका हुक्म आपको कुरान में मिलेगा। हाँ, उसकी तफसीलात, उसका तबयन नबी करीम सल्लल्लाहु अलैहि वसल्लम ने ही करके बताया हुआ है। ठीक है, तो मेहंदी भी जो है इसका कोई डायरेक्ट आयत, कोई डायरेक्ट हुक्म कुरान के अंदर मौजूद नहीं है, लेकिन नबी करीम सल्लल्लाहु अलैहि वसल्लम की मुतअद्दिद अहादीस हैं जिनके अंदर अहकामात हैं हमारे लिए। या तो ना खाली जिक्र हो मेहंदी का, लेकिन जब अहकाम आ जाए ना, नबी करीम सल्लल्लाहु अलैहि वसल्लम किसी चीज का हुक्म दे रहे हो तो फिर उस चीज के ऊपर ईमान रखना चाहिए ना। उस चीज के ये नहीं कह देना चाहिए कि जनाब नबी करीम सल्लल्लाहु अलैहि वसल्लम ने हुक्म दिया हुआ है, हुक्म सही भी है, हम मानते भी हैं, ये सही हदीस है, सही है, लेकिन क्योंकि ये कुरान में नहीं है ये हुक्म, इसलिए हम इसको नहीं मानते। ये तो मुनकर हदीस का रवैया भाई। नहीं फैसल भाई देखिए, सही बुखारी और सही मुस्लिम में हमें एक हदीस नहीं मिलती ये इमाम मेहदी के मतलब। मेहंदी के लफ्ज के साथ ना मिले आपको, लेकिन मुसलमानों के आखिरी खलीफा की, अमीर की तो हदीसें मौजूद हैं। और चलो मेहंदी भी आपको दिखा दूंगा, आपको ये भी आपका शौक पूरा कर दूंगा, ठीक है इंशाल्लाह। आपको बुखारी और मुस्लिम से मेहंदी भी दिखा दूंगा। फैज भाई एक मिनट जी फैज भाई, इमाम मेहदी के मुतालिक इमाम आपके होंगे, मेरे तो वो मुजद्दद है। इमाम वैसे आपके होंगे अब्दुल्ला भाई, मेरे वो मुजद्दद है। आगे चले। कौन?
मेहदी मेहदी मुजद्दिद मैंने क्या कहा इमाम मतलब? आपके होंगे, मेरे लिए वो मुजद्दिद है। दूसरी बात मलिक कैसर भाई, दूसरी बात मिर्जा साहब को मैं आपको बता रहा हूँ, दावे जो है ना वो स्टेज बाय स्टेज है। पहला उनका दावा मेहंदी का है। अगर पहले उनके मेहंदी के दावे को चेक कर लें आप तो आगे बड़ी आपको चीजें हल हो जाएंगी कि ये बंदा किस किस्म की रविश से अपने सबूत इकट्ठे करता है, अपने सबूत पेश करता है। आप लोगों को थोड़ा सा अब्दुल्ला भाई शोर बहुत ज्यादा है और सिग्नल बहुत वीक है और मेरे पास टाइम कम है। टाइम तो क़यामत है। नहीं वो आप लोगों के पास है ना, मैं तो बेचारा मजदूर आदमी हूँ ना, मैं अभी मजदूरी के ऊपर जा रहा हूँ। मैंने गाड़ी खड़ी की है आप लोगों से जल्दी से बात करने के लिए, मैंने काम स्टार्ट करना है इंशाल्लाह थोड़ी देर में। दूसरी बात, एक तो ये, दूसरी बात मिर्जा साहब ने जो दूसरे दावे शुरू किए हैं मेहंदी के बाद, वो अपने हजरत ईसा और मसीह मसीह के हैं। मसीह मसीह का इस्लाम में कोई कॉन्सेप्ट नहीं है। कुरान में हजरत ईसा मसीह इब्ने मरियम उनके वापस आने का जिक्र मौजूद है, उनके रफा का जिक्र मौजूद है, उनको क़यामत की आयत क़यामत की निशानी बताया गया, ये मौजूद है। लेकिन उनकी कोई मसील बन के आएगा नहीं, या नबी करीम सल्लल्लाहु अलैहि वसल्लम ने बताया ना ये कुरान ने बताया। ये मेरा दूसरा बड़ा मसला है उनके साथ। तीसरा मेरा बड़ा मसला जो अकीदा खत्म नबूवत है, यानी कि मिर्जा साहब की नबूवत, मिर्जा साहब ने अपना कोई नया नबी नहीं आपने आपको कहा हुआ। आप लोग यही तो, आप उनकी चाल नहीं समझ रहे मिर्जा साहब की। आप लोग कह रहे हैं मिर्जा साहब ने कोई नई नबूवत का दावा नहीं किया हुआ, नई नबूवत का दावा नहीं किया हुआ। नहीं नबूवत आप लोग इस अमर से नावाकिफ हैं कि मिर्जा साहब ने जिस नबूवत का दावा किया है ना, वो बहुत ही ज्यादा बड़ी तौहीन है। वो अपने आप को नबी करीम सल्लल्लाहु अलैहि वसल्लम की बास्ते सानी कह रहे हैं। इस बात सानी का ना कुरान में कहीं जिक्र है, ना नबी करीम सल्लल्लाहु अलैहि वसल्लम की अंदर जिक्र है, ना काबरीन का जिक्र है। ये बास्ते सानी मिर्जा साहब ने खुद इजाद की है और उसको आगे एलैबोरेट किया है। और उन्होंने अपनी बास्ते सानी जो अपनी जारी की है नबी करीम सल्लल्लाहु अलैहि वसल्लम की, जिसके अंदर उन्होंने अपने आप को फिट किया है, उसमें भी जो ज्यादा आपको एलैबोरेशन नजर आती है वो आपकी मिर्जा बशीरुद्दीन महमूद की और नूरदीन की आप लोगों को बाद में नजर आती है, जिसको ये कादियानी हजरात कर रहे हैं। तो लिहाजा आप ये कहें कि मिर्जा साहब ने बिल्कुल ही नबूवत का दावा नहीं किया, मुझे दिखाएं, तो ये आपकी बात गलत है। मिर्जा साहब ने जा बजा नबूवत का दावा किया हुआ है, लेकिन उसको कोई नई नबूवत नहीं कहा हुआ, उसको नबी करीम सल्लल्लाहु अलैहि वसल्लम की बास्ते सानी कहा हुआ है। तो इस चीज के ऊपर आप लोगों ने अगर कोई मजीद सोचनी होगी, मुझे टाइम इकट्ठा करके बता दें। 10-15 दिन मुझे आप दोनों दे दें, जिस टाइम भी आपके पास टाइम है आप बता दें, जो कॉमन टाइम आप लोगों का निकलता हो, मेरे पास भी वही टाइम हो, अवेलेबल हो, तो कहीं बैठ के गप मार लेंगे। हाँ बिल्कुल जरूर। देखिए डिस्कशन तो होनी चाहिए, कोई ऐसी बात नहीं है। लेकिन अभी तक जो तहरीरात मेरी नज़र से गुजरी है ना, आप लोगों की जो मैंने अर्ज करनी थी वो मैंने कर दिया, मैं सुन रहा हूँ। हाँ जी, जो तहरीरात मेरी नज़र से गुजरी हैं उसमें कोई दावा ऐसा नज़र नहीं आता। जब ज़िली बरूजी नबी होता ही नहीं है तो फिर उसके दावे का क्या करना है। और जो उनसे ना अब मसीह मसीह का भी कुरान पाक में कोई जिक्र नहीं किसी हदीस में कि कोई मसीह लाएगा। जब उसका भी जिक्र नहीं है तो वो भी साइड पे रख दो। ये जो बाकी जो बातें उनके बेटे ने की हुई है ना कि इसमें अहमद के असल मिस्ताक मिर्ज़ा गुलाम अहमद कादियानी साहब हैं, वो आप बात कर सकते हैं कि उनके बेटे ने दावाजात बहुत बड़े बड़े किए हैं कि मेरे बाबा नहीं ना, मसला यहाँ पे ये है कि हम जो बातें करते हैं ना, ये जो आप बातें कर रहे हैं, ये उसके रद्द के लिए ठीक है कि कुरान और हदीस में इस चीज का बिल्कुल कोई सबूत नहीं मिलता। ये रद्द करने के लिए हमारे पास दलील तो है, लेकिन इससे ये कह देना कि अगर नहीं है तो फिर वो मिर्जा तो फिर ना हुआ, उसका कोई दावा, उसका दावा तो मौजूद है ना। ये तो नहीं हम कह सकते कि उसका दावा मौजूद नहीं है, उसका दावा मौजूद है, लेकिन उसके मुकाबले में जो कुरान और हदीस है उसमें इस चीज का सबूत नहीं है। उधर से उसका वो रद्द हो रहा है, लेकिन जो बंदे का दावा है वो तो उसी के साथ है, और तो जो उसका सर दावा है उसके ऊपर वो हद लगी हुई है, तो वो लगी हुई है। शुएब भाई हम आप उनके बात नहीं समझ रहे। आप बात नहीं समझ रहे शुएब भाई, हम उनके फॉलोअर्स को बता रहे हैं कि ये जो दावा जाता है इनका कुरान पाक में जिक्र ही नहीं है ना ठीक किसी है, ठीक है, हम उनको इसलिए बता रहे हैं कि ये रद्द है, इसको छोड़ दो, इसमें कोई ऐसी सबूत ही नहीं है इसका कुरान और हदीस में जो आप मान के बैठे हो। ये लेकिन बात जो दावेदार है, बात तो उसकी हो रही है ना, जो दावा करके गया हुआ है। बात तो जेरे बहस तो इस वक्त वो शख्सियत है जो दावा करके गई है। मानने वाले तो चलो बाद में आ गए, हम उनको इस चीज पे कायल कर सकते हैं कि ये कुरान हदीस में इस चीज का कोई सबूत नहीं मिलता, ऐसी कोई तमसीलन नबी जिल्ली बरूजी इस चीज का कोई हमें सबूत नहीं मिलता, ठीक है। लेकिन
وہ جو چلا گیا ہے جس نے یہ دعویٰ کیا ہے اس کے اوپر تو یہ رہے گا نا فتویٰ، اس سے تو نہیں نہ ہٹ سکتا. بات تو یہ ہے. ٹھیک سمجھ آ رہی میری بات کی آپ کو؟ لیکن اب اب جو جو اس کا بندہ دعویٰ ہے اس کے اوپر جو فتویٰ ہے وہ بھی درست ہے، اور جو اس کو ماننے والا ہے اس کے اوپر بھی وہ فتویٰ اس کے آ جائے گا زد میں. لیکن یہ بھی تو ہے نا کہ جو فتویٰ لگایا کس نے ہے؟ ماں نے اس وقت کے علماء نے بھی 1974 تو بعد کی بات ہے، یہ تو 1900 کی بات ہے جب اس نے یہ دعوے کیے تھے، اس وقت اس پہ فتوے لاگے تھے. عامر بھائی آپ کو بتاتے ہیں اس کی ڈیٹیل اگر وہ موجود ہے. جی شعیب بھائی، میں ایک چھوٹی سی بات کرنا چاہوں گا کہ یہ جو ملک بھائی نے بھی کل بات کی تھی نا، اس آواز میں نہیں کرنے کے پتہ چلے جمبا بات کر رہا ہے. نہیں میں صرف وہی بات کرنا، آیت استخلاف نہیں پالنی، مہربانی کرنی. نہیں میں وہ ایک غلطی کا ازالہ جو مرزا صاحب کا رسالہ ہے نا، میں اس کے حوالے سے ہی بات کرنا چاہ رہا تھا کہ وہ تحریریں ایسی ہیں نا کہ آپ پہلی دفعہ پڑھیں گے نا، پوری کتاب پڑھ آپ کو سمجھ ہی نہیں آئے گا دعویٰ کہ مرزا صاحب کیا اس میں کیا لکھ گئے، کسی کو کچھ سمجھ نہیں آئے گا. اس کو 2-3 دفعہ آپ پڑھیں گے پھر آپ کو جا کے تھوڑا بہت سمجھ آئے گا. یہ جو کل ملک بھائی نے کہا نا صوفیانہ صوفیزم سے منسلک یہ باتیں اس طرح کی ہیں کہ جو اس پہ بلیو رکھتے ہیں ان کو سمجھ آتی ہیں. تو یہ جو دعویٰ جاتا ہے نا، اب کچھ باتیں ایسی ہیں کہ میں وہ نہیں کرنا چاہتا، لیکن یہ کون سی واقعی بات ایسا ہے نا، صوفیزم والی؟ یہ تھوڑی سی جی وہ آن الحق کا واقعہ یاد ہے آپ کو شعیب بھائی؟ نہیں، بات تو مرزے وہ کی جو ہو بندوں رہی ہے کو نا. سنسار کوئی کر مرزے دیا نے گیا. کوئی مرزے نے جو باتیں کی ہیں وہ صوفیزم میں آتی ہیں. یہ کیا کہنا چاہ رہے ہو آپ؟ نہیں یہ یعنی اس سے منسلک باتیں جو ہے نا ہم کہہ سکتے ہیں کہ اس طرح کی. تو وہ کیا جو مطلب؟ آہد مجھے بات نہیں سمجھ آئی آپ کی. جو کیسے کہہ سکتے ہیں؟ یہ ملک بھائی سمجھائیں گے آپ کو. جو تحریرات ہے، جو لکھنے کا سٹائل ہے نا، اس طرح نہیں صوفیاء کس کی یہ کس کی یہاں پہ بات ایک شخصیت کی کرنی ہے، کس کی؟ مرزا غلام قادیانی کی جو اچھا تحریرات ہے نا، لکھنے کا اچھا جو طریقہ، جو سٹائل ہے، جو لکھاری ہاں ہوتے ہیں، وہ ہاں. صوفیاء سے ملتا جلتا ہے. ابن عربی سے انہوں نے بہت کچھ لیا ہے، وہ بھی ایسے ان کی کتابوں میں دیکھیں نا تو اس میں بھی تحریرات کچھ ایسی ہیں. تو جو اس طرح کی باتیں لکھتے ہیں نا، وہ گول مول سی بات لکھتے ہیں، گول مول. وہ سمجھنے کے لیے آپ نہیں کو نا، آپ کی کہاں کی بات ملک صاحب آپ کہاں پہ ملا رہے ہیں، یہ بھی مجھے نا کچھ سمجھ نہیں آ رہی. مرزے کے دعوے کیسے صوفیزم میں چلے گئے، یہ نہیں بات کچھ سمجھ میں آ رہی. تحریرات کی میں بات کر رہا ہوں، لکھنے کے سٹائل کی میں بات کر رہا ہوں. جو لکھنے کا سٹائل ہے نا، میں اس کی بات کر رہا ہوں. تو بیسیکلی جو دعویٰ جات آپ کو ملتے ہیں نا، ان کا بیسیکلی قرآن پاک کے ساتھ لنک بنتا نہیں ہے. ایک چیز کا لنک ہی نہیں بنتا تو پھر اس کو کیسے مانیں گے اس کے فالوورز؟ سمجھ آئی نا میری بات کی؟ نہیں مطلب کوئی ایسی تحریر بھی بتائیں نا جس میں آپ یہ کہنا چاہ رہے ہیں کہ اس میں کوئی آپ کو ایسی کوئی مثال ملی ہے جس سے آپ نے یہ اخذ کر لیا ہے کہ مرزے کی کتابیں بھی صوفیاء کی جو کتابوں کا جو لکھنے کا سٹائل ہے اس کے اوپر ہے. مجھے سمجھ نہیں آ رہی یہ بات. میں یہ کہہ رہا ہوں کہ جو تحریر کا جو لکھنے کا سٹائل ہے نا، وہ صوفیاء کی طرح ہے. میں یہ کہہ رہا ہوں آپ کو. یہ ایکسیپٹیبل ہے یا نہیں؟ مطلب ایکسیپٹیبل یا آپ ایکسیپٹ کریں، نہیں آپ وہ کے بات گاڑی نہیں ہے. چلانے کا بات تو سٹائل. یہ ہے نا ہے یا نہیں. اگر کوئی بندہ کہتا ہے کہ میں ذلی بروزی نبی ہوں، یہ بات ایکسیپٹیبل ہے، قابل قبول ہے. میں یہ بات نہیں کر رہا یار. جب قرآن و حدیث میں اس کا ثبوت ہی نہیں ملتا تو پھر یہ کیسے ایکسیپٹیبل ہے؟ مجھے یہ نہیں سمجھ آ رہی. آپ نہ کریں، لیکن بتانے کا مقصد صرف یہ ہے کہ تحریریں کچھ اس طرح کی ہیں کہ وہ اس سے منسلک ہیں. یہ تھوڑا سا بتانے کا جو ہے نا وہ تھا. جس طرح آپ کہہ لو کہ آپ کی بالنگ کا سٹائل شعیب اختر کی طرح ہے، اب یہ نہیں ہے کہ آپ شعیب اختر ہیں. السلام علیکم. وعلیکم السلام. اور شعیب راجہ بھائی یہ کہہ رہے ہیں تو گل دی سمجھ نہیں رہی، انداز بیاں صوفیانہ ہے.
ਹੁਣ ਕੀ ਸਮਝੋ। ਅੰਦਾਜ਼ੇ ਬਿਆਨ ਸੂਫੀ ਦਾ ਹੋ ਜਾਏਗਾ ਤੇ ਕਿ ਉਹ ਗੱਲ ਦਰੁਸਤ ਹੋ ਜਾਏਗੀ? अस्सलाम ਮੈਂ ਇਹ ਗੱਲ ਕਰ ਰਿਹਾ, ਕਿਆ ਉਹ ਕਾਬਿਲ ਕਬੂਲ ਹੋ ਜਾਏਗੀ? ਤਲਤ ਸਾਹਿਬ ਕੀ ਹਾਲ ਗੱਲ ਹੈ? ਦਰੁਸਤ ਨਹੀਂ ਲੇਕਿन ਉਹਨਾਂ ਦਾ ਅੰਦਾਜ਼ੇ ठीक है ਬਿਆਨ ਸੁਫਿਆਨ ਹੈ मैं ਨਾ ਕਿ ਜਿਹੜੇ ਇਹ ਕਾਬਿਲ ਕਬੂਲ ਨਹੀਂ ਹੈ, ਦਰੁਸਤ ਨਹੀਂ ਹੈ, ਇਹ ਗੱਲ ਦਰੁਸਤ ਨਹੀਂ ਹੈ। ਕੀ ਹਾਲ ਹੈ ਤਲਤ ਸਾਹਿਬ? गल दुरुस्त उल्ले ही होएगी जिले साढ़े सारे भरा सहन करनगे उस तो बगैर किस तरह दुरुस्त हो सकती है ਤਲਤ ਸਾਹਿਬ जी आमिर साहब ਇੱਕ ਗਵਾਹੀ ਦੀ ਲੋੜ ਪੈ ਗਈ ਹੈ। यार मैं हार गया भाई ਮੈਂ ਰੈਡ ਬੁੱਲ ਲੈ ਕੇ ਆਵਣਾ ਤਲਤ ਸਾਹਿਬ ਵਾਸਤੇ ਨਾ, ਮੈਂ ਰੈਡ ਬੁੱਲ ਦੌੜ रेड के ला बुल दी मैं गवाही देनी है कि अल्लाह खुदा साहब का मेरी गल खौफ है सुनो। थोड़े ਤਲਤ ਸਾਹਿਬ ਮੇਰੀ ਗੱਲ ਸੁਣੋ। तो आ जा मेरे भरा मेरे को मैं तो रेड बुल नवावांगा ਤਲਤ ਸਾਹਿਬ जी ਮੈਂ ਇਹ ਜਾਣ ਕੇ ਗੱਲ ਕੀਤੀ ਹੈ, ਮੈਨੂੰ ਪਤਾ ਤੁਸੀਂ ਅਗਵਾਈ, ਲੇਕਿਨ ਮੈਂ ਅੱਗੋਂ ਤੁਹਾਨੂੰ ਇਹ ਜਵਾਬ ਦੇਣਾ ਚਾਹੁੰਦਾ ਸਾਂ ਤੇ ਐਸੇ ਗੱਲ ਵਾਸਤੇ ਮੈਂ ਗੱਲ ਕੀਤੀ ਹੈ ਕਿ ਤੁਹਾਨੂੰ ਤੇ ਇਸ ਗੱਲ ਤੇ ਫਖਰ ਕਰਨਾ ਚਾਹੀਦਾ ਹੈ ਕਿ ਜਿਹੜੇ ਤੁਹਾਡੇ ਮੁਖਾਲਫ ਨੇ ਉਹ ਵੀ ਤੁਹਾਡੀ सुबह ਉਹ ਵੀ ਤੁਹਾਡੀ ਗਵਾਹੀ ਤਲਬ ਕਰਨ। ਮੇਰੀ ਗੱਲ ਸੁਣੋ, ਤੁਹਾਡੇ ਗਰੋਹ ਚ ਤੁਹਾਡੇ ਇਲਾਵਾ ਕਿਸੇ ਦੀ ਗਵਾਹੀ ਅਸੀਂ ਮੰਨਨੇ ਆ ਜਾਂ ਤਸਲੀਮ ਕਰਨੇ ਆ? मेरी गवाही वो होगी बंदा तुसी आप ही लेंदे हो नहीं लियोगे तो मैंने बड़ी खुशी होगी ਨਹੀਂ, ਪਰ ਸਾਨੂੰ ਤੁਹਾਡੇ ਤੇ ਇਤਮਾਦ ਹੈ ਤੇ ਅਸੀਂ ਆਨੇ ਆ ਵੀ ਜੋ ਤਲਤ ਸਾਹਿਬ ਗਵਾਹੀ ਦੇ ਦੇਣ ਅਸੀਂ ਕਬੂਲ ਕਰ ਲਾਂ। ਕੱਲ ਤੁਸੀਂ ਇੱਥੇ ਮੌਜੂਦ ਨਹੀਂ ਸੀ, ਇੱਥੇ ਆ ਕੇ ਮੈਂ ਗੱਲ ਕੀਤੀ ਤੇ ਟੋਨੀ ਸਾਹਿਬ ਉੱਤੇ ਆ ਗਏ। ਟੋਨੀ ਸਾਹਿਬ ਨੇ ਆ ਕੇ ਚੀਕ ਝਾੜਾ ਪਾਤਾ, ਲਾਨਤ ਅੱਲਾਹ ਅਲ ਕਾਜ਼ਬੀਨ, ਮੇਰੇ ਤੇ ਬਹੁਤਾਨ ਲਾਂਦਾ ਪਿਆ, ਮੈਂ ਇੰਜ ਨਹੀਂ ਕਿਹਾ ਇੰਜ ਕਿਹਾ, ਮੈਂ ਆਪਣੀ ਗੱਲ ਤੇ ਕਾਇਮ ਵੀ ਹਾਂ, ਕਦੇ ਇੱਧਰ ਦੀ ਕਰਨ ਕਦੇ ਉੱਧਰ ਦੀ। ਮੈਂ ਕਿਹਾ ਵੀ ਗੱਲ ਹੈ ਵੇ, ਤਲਤ ਸਾਹਿਬ ਨੂੰ ਹੁਣੀ ਫੋਨ ਕਰਕੇ ਇੱਥੇ ਬੁਲਾ ਲਓ, ਜੋ ਤਲਤ ਸਾਹਿਬ ਕਹਿ ਦੇਣ ਮੈਨੂੰ ਉਹ ਕਬੂਲ ਹੈ ਕਿ ਤੁਸੀਂ ਉੱਥੇ ਉਸ ਮੁਲਹਿਦ ਦੇ ਸਾਹਮਣੇ ਕੀ ਗੱਲ ਕੀਤੀ ਹੈ। ਜੋ ਤਲਤ ਸਾਹਿਬ ਕਹਿਣਗੇ ਮੈਨੂੰ ਕਬੂਲ। ਇਹਦਾ ਮਤਲਬ ਇਹ ਵੇ ਕਿ ਮੈਨੂੰ ਇਸ ਗੱਲ ਤੇ ਇਤਮਾਦ ਹੈ ਕਿ ਤਲਤ ਜ਼ਹੂਰ ਮਲਕ ਗਵਾਹੀ ਦੇਣ ਲੱਗਿਆ ਇਹ ਨਹੀਂ ਦੇਖਦਾ ਮੇਰਾ ਬਾਪ ਸਾਹਮਣੇ, ਮੇਰਾ ਭਰਾ ਸਾਹਮਣੇ, ਮੇਰੀ ਬਰਾਦਰੀ ਦਾ, ਮੈਨੂੰ ਇਤਮਾਦ ਹੋ ਗਿਆ ਤੁਹਾਡੇ ਤੇ। ਤੁਹਾਨੂੰ ਤੇ ਇਸ ਗੱਲ ਤੇ ਫਖਰ ਕਰਨਾ ਚਾਹੀਦਾ ਹੈ। ਤੁਸੀਂ ਰੋਣ ਲੱਗੇ। और मैं सुबह तो लेके शाम तक एक ही गवाही 3500 बार दी ਨਹੀਂ, ਉਹ ਤੇ ਮੈਂ ਵੈਸੇ ਸ਼ੁਗਲ ਲਾਣ ਲੱਗਿਆ, ਗਵਾਹੀ ਤੇ ਹੋ ਗਈ ਹੈ ਨਾ। ਮੈਂ ਉਂਝ ਪਿਆ ਗੱਲ ਕਰਨਾ ਕਿ ਜਦੋਂ ਤੁਹਾਨੂੰ ਕੋਈ ਬੰਦਾ ਗਵਾਹੀ ਵਾਸਤੇ ਤੁਹਾਡਾ ਮੁਖਾਲਫ ਆਖੇ ਨਾ, ਇਹ ਤੁਹਾਡੇ ਵਾਸਤੇ ਫਖਰ ਹੈ ਕਿ ਤੁਹਾਡਾ ਮੁਖਾਲਫ ਤੁਹਾਡੀ ਗਵਾਹੀ ਪਿਆ ਮੰਨਦਾ ਤੇ ਉਹ ਕਹਿੰਦਾ ਜੋ ਤਲਤ ਜ਼ਹੂਰ ਮਲਕ ਗਵਾਹੀ ਦੇਗਾ ਮੈਨੂੰ ਕਬੂਲ ਹੈ। मेरा कोई फकर नहीं है मेरी आजिज़ी है मैं इंसान हाँ मैं आजिज़ हाँ और मेरी आजिज़ी है ਉਹ ਆਪਣੀ ਜਗ੍ਹਾ ਦਰੁਸਤ ਹੈ, ਉਹ ਅੱਛੀ ਗੱਲ ਹੈ, ਆਜਜ਼ੀ ਬੰਦੇ ਚੋਂ ਨਹੀਂ। ਲੇਕਿਨ ਇਹਨਾਂ 'ਚ ਕੋਈ ਬੰਦਾ ਕਿਸੇ ਦੀ ਗਵਾਹੀ ਨਹੀਂ ਜੇ ਤਸਲੀਮ ਕਰਦਾ ਹੈ, ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਪੇ ਟੁਰਦੇ ਹੋ ਨਾ, ਇਹ ਤੱਤੇ ਤਵੇ ਤੇ ਬਹਿ ਕੇ ਕਸਮ ਚੁੱਕਣ ਨਾ ਤੇ ਅਸੀਂ ਤਾਂ ਵੀ ਨਹੀਂ ਇਤਬਾਰ ਕਰਦੇ ਆ ਤੇ ਤੁਹਾਡੀ ਗਵਾਹੀ ਤੇ ਇਤਬਾਰ ਕਰਨਾ ਹੈ। वो सही कहने हो कहने ने तेन पंप कर दे ਇਹ ਪੰਪ ਕਰਨੇ ਪਿਆ, ਇਹ ਪੰਪ ਕਰਨੇ ਪਿਆ। वो कहने ना वो कहने ਨਹੀਂ ਤੁਸੀਂ ਆਪ ਉਹ ਕਹਿੰਦੇ ਨੇ, ਤੁਸੀਂ ਵੀ ਤਾਂ ਸੋਚੋ ਨਾ, ਸੁਣੋ, ਸਹੀ ਸੁਣੋ, ਕਹਿੰਦੇ ਨੇ ਗਲਤ ਕਹਿੰਦੇ ਨੇ? ਤੁਸੀਂ ਮੇਰੇ ਭਰਾ ਸਾਰੇ ਭਾਈਓ ਤੁਸੀਂ मैंने एक सौ के भी रिक्वेस्ट की थी और फिर कर देना मेरी तारीफ होई भी ते ना करो खुदा दा नाम ਅਸੀਂ ਵਕੀਲ ਕਿਸ ਤਰ੍ਹਾਂ ਬਣੀ ਹੈ? मेरे पीछे बन जाओ यार ਨਹੀਂ, ਵਕੀਲ ਨਹੀਂ ਸਾਡੇ ਕੋਲ ਬਣਨ ਹੁੰਦਾ ਭਾਈ। ਤੁਸੀਂ ਨਾ ਉੱਥੋਂ ਵੀ ਗੱਲਾਂ ਪਵਾਉਂਦੇ ਹੋ ਇਹ ਜਿਹੜੀ ਗੱਲ ਸਹੀ ਹੈ ਉਹ ਤੇ ਆਖਣੀ ਪੈਂਦੀ ਹੈ, ਜਿਹੜੀ ਗੱਲ ਗਲਤ ਹੈ ਉਹਨੂੰ ਅਸੀਂ ਤੁਹਾਡੇ ਮੂੰਹ ਤੇ ਗਲਤ ਆਖਨੇ ਆ। ਇਹ ਜਿਹੜਾ ਤੁਸੀਂ ਆਂਦੇ ਹੋ ਕਿ ਮੈਂ ਮਿਰਜ਼ਾ ਸਾਹਿਬ ਦੀ ਤਹਿਕੀਕ ਕਰਕੇ ਤੇ ਮਿਰਜ਼ਾਈ ਹੋਇਆ, ਇਹ ਗੱਲ ਅਸੀਂ ਨਹੀਂ ਮੰਨਣੀ, ਭਾਵੇਂ ਤੁਸੀਂ ਤੱਤੇ ਤਵੇ ਤੇ ਚੜ ਕੇ ਆਖੋ। ਤੁਹਾਡੀ ਇਹ ਗੱਲ ਅਸੀਂ ਨਹੀਂ ਮੰਨਦੇ। ਬਾਕੀ ਤੁਹਾਡੀਆਂ ਗਵਾਹੀਆਂ ਜਿਹੜੀਆਂ ਤੁਹਾਡੀਆਂ ਆਪਣੇ